ਮੈਂ ਹਾਂ ਫਲਜਿੰਦਰ ਰਤੂ ਅਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਜਿੱਦਾਂ ਕਿ ਅਸੀਂ ਇਸ ਚੈਨਲ ਦੇ ਰਾਹੀਂ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ। ਸੋ ਇਸੇ ਤਰ੍ਹਾਂ ਅਸੀਂ ਅੱਜ ਪਹੁੰਚੇ ਹਾਂ ਪੰਜਾਬ ਦੇ ਰਾਹੋਂ ਸ਼ਹਿਰ ਦੇ ਵਿੱਚ, ਜਿੱਥੇ ਕਿ ਅਸੀਂ ਅੱਜ ਗੱਲਬਾਤ ਕਰਾਂਗੇ ਬਹੁਜਨ ਸਮਾਜ ਪਾਰਟੀ ਦੀ। ਜਿੱਦਾਂ ਕਿ ਤੁਹਾਨੂੰ ਪਤਾ ਲੱਗਿਆ ਹੀ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਲਗਾਤਾਰ ਕੁਛ ਨੇਤਾਵਾਂ ਵੱਲੋਂ ਅਸਤੀਫੇ ਦਿੱਤੇ ਗਏ ਆ, ਅਤੇ ਇਸ ਗੱਲ 'ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਜੀ। ਗੜੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੈਨ ਅੰਬੇਡਕਰ ਟੀਵੀ ਵਿੱਚ। ਥੈਂਕ ਯੂ ਰਤੂ ਸਾਹਿਬ। ਜਸਬੀਰ ਜੀ, ਜਿੱਦਾਂ ਕਿ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਆ ਕਿ ਅਸਤੀਫੇ ਦਿੱਤੇ ਜਾ ਰਹੇ ਪੰਜਾਬ ਦੇ ਵਿੱਚ ਕਈ ਨੇਤਾਵਾਂ ਵੱਲੋਂ, ਔਰ ਬਸਪਾ ਦੇ ਜਿੰਨੇ ਵੀ ਨੇਤਾਵਾਂ ਨੇ ਅਸਤੀਫੇ ਦਿੱਤੇ ਉਹਨਾਂ ਨੇ ਇਹ ਕਿਹਾ ਕਿ ਜੋ ਜਸਬੀਰ ਸਿੰਘ ਗੜੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਤਾਨਾਸ਼ਾਹੀ ਰਵੱਈਆ ਹੈ। ਇਹਦੇ ਬਾਰੇ ਕੀ ਕਹਿਣਾ? ਦੇਖੋ, ਇਹਦੇ ਬਾਰੇ ਤਾਂ ਪੰਜਾਬ ਦੇ ਲੋਕ ਜਿਹੜੇ ਵਰਕਰ ਹੈ ਜੀ ਉਹ ਦੱਸ ਸਕਦੇ ਆ ਜੀ ਕਿ ਰਵੱਈਆ ਮਿਲਣਸਾਰ ਹੈ ਜਾਂ ਕਿੱਦਾਂ ਆ। ਜਿਨ੍ਹਾਂ ਨੇ ਅਸਤੀਫੇ ਦਿੱਤੇ ਉਹ ਵੀ ਤਾਂ ਵਰਕਰ ਹੀ ਨੇ ਬਹੁਜਨ ਸਮਾਜ ਪਾਰਟੀ ਦੇ। ਮੈਂ ਹੁਸ਼ਿਆਰਪੁਰ ਦੀ ਜੇ ਤੁਸੀਂ ਗੱਲ ਕਰਦੇ ਹੋ, 3 ਜੂਨ 2019 ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਦੇ ਨਾਲ ਪੰਜਾਬ ਦਾ ਪ੍ਰਧਾਨ ਬਣਿਆ ਜੀ। 1 ਮਾਰਚ 2020 10 ਮਹੀਨੇ ਮੈਂ ਉੱਥੇ ਨਾ ਕਿਸੇ ਨੂੰ ਲਾਇਆ ਨਾ ਕਿਸੇ ਨੂੰ ਉਠਾਇਆ। ਜਿੰਨੇ ਲੱਗੇ ਹੋਏ ਸੀ ਆਲਰੇਡੀ ਉੱਥੇ ਸਤਿਕਾਰਯੋਗ ਜਿਹੜੇ ਸੀਨੀਅਰ ਸਾਥੀ ਸੀ, ਪਾਰਟੀ ਦੇ ਅਹੁਦੇਦਾਰ ਸੀ, ਉਹ ਕੰਮ ਚਲਾਉਂਦੇ ਸੀ ਜੀ। ਲੇਕਿਨ ਉੱਥੇ ਕੁਝ ਸਾਥੀ ਇਹੋ ਜਿਹੇ ਵੀ ਨਜ਼ਰ 'ਚ ਆਏ ਜਿਹੜੇ ਬਹੁਤ ਜ਼ਿਆਦਾ ਕੰਮ ਕਰ ਰਹੇ ਸੀ, ਔਰ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਪ੍ਰਮੋਸ਼ਨ, ਉਹਨਾਂ ਨੂੰ ਸੰਗਠਨ 'ਚ ਲਿਆ ਜਾਣਾ ਚਾਹੀਦਾ ਜੀ। 1 ਮਾਰਚ ਨੂੰ ਦੁਆਬਾ ਪੱਧਰੀ ਕੇਡਰ ਕੈਂਪ ਹੋਇਆ। ਮੈਂ ਸਿਰਫ ਪੂਰੇ ਹੁਸ਼ਿਆਰਪੁਰ ਸਿਰਫ 2 ਸਾਥੀ ਜਿਹੜੇ ਹੈਗੇ ਆ, ਉਹ ਸ਼੍ਰੀ ਦਲਜੀਤ ਜੀ ਔਰ ਸ਼੍ਰੀ ਸੁਖਦੇਵ ਬਿੱਟਾ ਜੀ, ਮੈਂ ਉਹਨਾਂ ਨੂੰ ਇੱਕ ਨੂੰ ਜ਼ਿਲ੍ਹਾ ਇੰਚਾਰਜ ਲਾਇਆ, ਇੱਕ ਨੂੰ ਸਟੇਟ ਕਮੇਟੀ ਲਈ ਪ੍ਰਪੋਜ਼ ਕੀਤਾ ਜੀ। ਜਦੋਂ ਆਪਾਂ ਕਿਤੇ ਦਖਲਅੰਦਾਜ਼ੀ ਹੀ ਨਹੀਂ ਕਰ ਰਹੇ ਜੀ, ਨਾ ਕਿਸੇ ਨੂੰ ਲਵਾ ਰਹੇ, ਨਾ ਕਿਸੇ ਨੂੰ, ਨਾ ਕੋਈ ਉੱਥੋਂ ਦੀ ਲੋਕਲ ਟੀਮ ਨੂੰ ਹੀ ਸਾਰਾ ਕੁਝ ਛੱਡਿਆ ਹੋਇਆ ਜੀ। ਫਿਰ ਜਿਹੜਾ ਸਵਾਲ ਆਉਂਦਾ ਆ, ਜਦੋਂ ਇੱਦਾਂ ਦਾ ਸਵਾਲ ਆਉਂਦਾ ਆ ਤਾਂ ਉਹਦੇ 'ਚ ਮੈਨੂੰ ਕਿਤੇ ਨਾ ਕਿਤੇ ਸਾਜ਼ਿਸ਼ ਦੀ ਬੋ ਆਉਂਦੀ ਆ। ਕੀ ਸਾਜ਼ਿਸ਼ ਦੀ ਬੋ ਆਉਂਦੀ? ਕਿਉਂਕਿ ਜੇ ਗੱਲ ਕਰੀਏ ਸਾਜ਼ਿਸ਼ ਇੱਕ ਬੰਦਾ ਕਰ ਸਕਦਾ, 2 ਕਰ ਸਕਦੇ, ਉਹ ਤਾਂ ਪੂਰੀ ਟੀਮ ਨੇ ਅਸਤੀਫਾ ਦੇ ਦਿੱਤਾ ਸੀ। ਮੈਨੂੰ ਲੱਗਦਾ ਤੁਹਾਡੇ ਕੋਲ ਜਾਣਕਾਰੀ ਦੀ ਘਾਟ ਹੈ। ਜਿਹੜੀ ਉਹ ਪੂਰੀ ਦੀ ਪੂਰੀ ਜਿਹੜੀ ਜ਼ਿਲ੍ਹਾ ਬੋਡੀ ਆ, ਗੜ੍ਹਸ਼ੰਕਰ ਵਿਧਾਨ ਸਭਾ ਆ, ਉੱਥੋਂ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ। ਕਿਉਂਕਿ ਬਹੁਤ ਜ਼ਿਆਦਾ ਜੀ। ਚੱਬੇਵਾਲ ਹੈ, ਉੱਥੋਂ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ। ਉਸ ਤੋਂ ਬਾਅਦ ਮੁਕੇਰੀਆਂ ਆ, ਉੱਥੋਂ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਉਸ ਤੋਂ ਬਾਅਦ ਟਾਂਡਾ ਅਤੇ ਦਸੂਹਾ, ਉਹਨਾਂ 'ਚੋਂ ਸ਼ਾਇਦ ਕਿਸੇ ਇੱਕ ਅਸੈਂਬਲੀ ਨੇ ਜਿਹੜੇ, ਕਿਉਂਕਿ ਗੱਲ ਕਰੀਏ 4 ਦਰਜਨ ਜੋ ਲੀਡਰਾਂ ਵੱਲੋਂ ਅਸਤੀਫੇ ਦੀ ਜੋ ਵੀਡੀਓ ਔਰ ਪੇਪਰ ਦੇ ਵਿੱਚ ਨਿਊਜ਼ ਵੀ ਲੱਗੀ ਹੋਈ ਸੀ। ਹਾਂ, ਫਿਰ ਮੈਂ ਕਹਿ ਰਿਹਾ ਰਤੂ ਸਾਹਿਬ, ਤੁਹਾਡੇ ਕੋਲ ਜਾਣਕਾਰੀ ਦੀ ਘਾਟ ਹੈ। ਕਿਉਂਕਿ ਜਿਹੜਾ ਉੱਥੋਂ ਦੇ ਜਿਹੜੇ ਸਾਥੀ ਆ, ਉਹ ਅਖਬਾਰਾਂ ਨੇ, ਮਨੂਵਾਦੀ ਮੀਡੀਆ ਨੇ ਇੱਦਾਂ ਖਬਰ ਲਗਾਈ ਕਿ 2 ਦਰਜਨ ਨੇ ਅਸਤੀਫੇ ਦਿੱਤੇ। ਲੇਕਿਨ ਅਗਲੇ ਦਿਨ ਉਹ ਜਿਹੜੇ ਸਾਥੀਆਂ ਨੇ ਅਸਤੀਫੇ ਦਿੱਤੇ ਸੀ, ਉਹਦੇ 'ਚੋਂ 12-13 ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਆ, ਉਹਨਾਂ ਨੇ ਬਕਾਇਦਾ ਜਿਹੜੇ ਹੈਗੇ ਆਪਣੀ ਫੇਸਬੁੱਕਾਂ 'ਤੇ ਪਾਇਆ ਕਿ ਅਸੀਂ ਕੋਈ ਅਸਤੀਫੇ ਨਹੀਂ ਦਿੱਤੇ। ਜਿੱਦਾਂ ਇਹਨਾਂ ਨੇ ਖਬਰ ਚਲਾਈ ਮਨੂਵਾਦੀ ਮੀਡੀਆ ਨੇ ਕਿ ਅਸਤੀਫੇ ਦਿੱਤੇ, ਤਾਂ ਮੈਨੂੰ ਇੱਦਾਂ ਲੱਗਦਾ ਕਿ 24 ਘੰਟੇ ਹੋਣ ਤੋਂ ਪਹਿਲਾਂ ਹੀ ਉਹ ਜਿਨ੍ਹਾਂ ਦੇ ਨਾਮ ਲਿਖੇ ਗਏ, ਜਿਨ੍ਹਾਂ ਦੇ ਨਾਮ ਕਹੇ ਗਏ, ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਦੇ ਹਾਂ, ਸਾਡਾ ਬਹੁਜਨ ਸਮਾਜ ਪਾਰਟੀ ਦੇ ਨਾਲ ਕੋਈ ਵੀ ਇੱਦਾਂ ਦਾ ਨਹੀਂ, ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਸਿਪਾਹੀ ਹਾਂ। ਤਾਂ ਮਨੂਵਾਦੀ ਮੀਡੀਆ ਜਿਹੜਾ ਆ ਉਹ ਕਿਸੇ ਨਾ ਕਿਸੇ ਰੂਪ 'ਚ ਸਰਗਰਮ ਹੈ। ਔਰ ਜੇ ਗੱਲ ਕਰੀਏ ਫਗਵਾੜਾ ਤੋਂ ਚੋਣ ਲੜ ਚੁੱਕੇ ਭਗਵਾਨ ਦਾਸ ਸਿੱਧੂ ਦੀ, ਉਹਨਾਂ ਦੇ ਅਸਤੀਫੇ ਦਾ ਕੀ ਕਾਰਨ ਹੋ ਸਕਦਾ? ਠੇਕੇਦਾਰ ਜੀ ਬੜੇ ਸਤਿਕਾਰਯੋਗ ਹੈ ਬਹੁਜਨ ਸਮਾਜ ਪਾਰਟੀ ਦੇ। ਬਹੁਜਨ ਸਮਾਜ ਪਾਰਟੀ ਦੇ ਜਦੋਂ ਅਸੀਂ ਭੈਣ ਜੀ ਨੇ ਆਸ਼ੀਰਵਾਦ ਦਿੱਤਾ, ਹੁਣ ਕਿਉਂਕਿ 2016 ਦੇ ਵਿੱਚ ਉਹ ਪਾਰਟੀ ਦੇ ਵਿੱਚ ਆਏ, ਪਹਿਲਾਂ ਉਹ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਪਾਰਟੀਸਪੇਟ ਕਰਦੇ ਸੀ, ਇੱਦਾਂ ਮੈਂ ਸੁਣਿਆ ਜੀ। ਔਰ ਪਾਰਟੀ ਨੇ ਉਹਨਾਂ ਨੂੰ 2017 ਦੇ ਵਿੱਚ, ਚਾਹੇ ਉਹ ਬਿਲਕੁਲ ਨਵਾਂ ਚਿਹਰੇ ਸੀ ਪਾਰਟੀ ਦੇ ਲਈ, ਲੇਕਿਨ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ। ਔਰ 2017 ਦਾ MLA ਦਾ ਇਲੈਕਸ਼ਨ ਉਹਨਾਂ ਨੂੰ ਸ਼ਾਮ 84 ਤੋਂ ਲੜਾਇਆ, ਜਿੱਥੇ ਉਹਨਾਂ ਨੂੰ 8000 ਦੇ ਲਗਭਗ ਵੋਟ ਪਈ ਸੀ। ਉਸ ਤੋਂ ਬਾਅਦ ਜਦੋਂ ਮਾਨਯੋਗ ਭੈਣ ਜੀ ਨੇ
2019 ਦੇ ਵਿੱਚ ਜਿਹੜਾ ਲੋਕ ਸਭਾ ਦਾ ਜਿਹੜਾ ਪ੍ਰਪੋਜ਼ਲ ਮੰਗਿਆ ਸੀ ਉਹਦੇ 'ਚ ਵੀ ਉਹ ਲੋਕ ਸਭਾ ਦੇ ਉਮੀਦਵਾਰ ਸੀ ਔਰ ਪਾਰਟੀ ਜਿਹੜੀ ਉਹਨਾਂ ਨੂੰ ਇਲੈਕਸ਼ਨ ਵੀ ਲੜਾਉਣਾ ਚਾਹੁੰਦੀ ਸੀਗੀ, ਲੇਕਿਨ ਬਾਅਦ 'ਚ ਮੈਨੂੰ ਇੱਦਾਂ ਸੁਣਨ 'ਚ ਆਇਆ ਕਿ ਉਹਨਾਂ ਨੇ ਇਲੈਕਸ਼ਨ ਹੈ ਨਾ ਤੋਂ ਇਨਕਾਰ ਕਰ ਦਿੱਤਾ ਸੀ ਲੜ, ਮਤਲਬ ਪਾਰਟੀ ਮਾਨ ਸਨਮਾਨ ਉਹਨਾਂ ਨੂੰ 2019 ਦੀ ਲੋਕ ਸਭਾ 'ਚ ਵੀ ਦੇਣਾ ਚਾਹੁੰਦੀ ਸੀ। ਫਿਰ ਮੈਂ ਪ੍ਰੈਜ਼ੀਡੈਂਟ ਭੈਣ ਜੀ ਨੇ ਆਸ਼ੀਰਵਾਦ ਦਿੱਤਾ ਅਤੇ ਮੈਂ ਲੱਗਿਆ। ਮਾਨਯੋਗ ਰਣਧੀਰ ਸਿੰਘ ਬੈਨੀਵਾਲ ਜੀ ਉਹਨਾਂ ਨੇ ਜਦੋਂ ਟੀਮ ਜਿਹੜੀ ਹੈਗੀ ਆ ਚੂਜ਼ ਕੀਤੀ ਉਹਦੇ 'ਚ ਮਾਨਯੋਗ ਸ਼੍ਰੀ ਠੇਕੇਦਾਰ ਜੀ ਨੂੰ ਸੂਬੇ ਦਾ ਜਨਰਲ ਸਕੱਤਰ ਲਾਇਆ, ਸਟੇਟ ਜਨਰਲ ਸੈਕਟਰੀ। ਪ੍ਰੈਜ਼ੀਡੈਂਟ ਤੋਂ ਬਾਅਦ ਅਗਲੀ ਪੋਸਟ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਔਰ ਜਨਰਲ ਸਕੱਤਰ ਤੀਜੇ ਨੰਬਰ ਦੀ ਪੋਸਟ ਆ ਜਾਂਦੀ ਆ। ਜਦੋਂ ਫਗਵਾੜੇ ਦੀ ਜਿਮਨੀ ਚੋਣ ਆਈ, ਕਿਉਂਕਿ ਠੇਕੇਦਾਰ ਜੀ ਦਾ ਪਿੰਡ ਫਗਵਾੜਾ ਅਸੈਂਬਲੀ ਦੇ ਵਿੱਚ ਪੈਂਦਾ ਸੀ ਔਰ ਪਾਰਟੀ ਨੇ ਉਹਨਾਂ ਨੂੰ ਜਿਮਨੀ ਚੋਣ ਲੜਾਈ ਔਰ ਐਡਾ ਬੜਾ ਮਾਣ ਸਨਮਾਨ ਦਿੱਤਾ। ਔਰ ਪਿਛਲੇ 10 ਮਹੀਨੇ ਅਸੀਂ ਹੁਸ਼ਿਆਰਪੁਰ ਜਿਹੜਾ ਸੀਗਾ ਆ 2 ਫੈਸਲੇ ਜਿਹੜੇ ਮੈਂ ਗਿਣਾਏ ਇਹਨਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਫੈਸਲੇ ਸਤਿਕਾਰਯੋਗ ਠੇਕੇਦਾਰ ਭਗਵਾਨ ਦਾਸ ਜੀ ਕਰਦੇ ਰਹੇ ਆ ਔਰ ਪਾਰਟੀ ਨੇ ਕਦੇ ਉਹਨਾਂ ਤੋਂ ਉੱਤੇ ਉਹਨਾਂ ਨੂੰ ਕਿਹਾ ਵੀ ਜੋ ਤੁਸੀਂ ਕਰ ਲਿਆ ਪਾਰਟੀ ਨੂੰ ਮਨਜ਼ੂਰ ਆ। ਔਰ ਅੱਜ ਵੀ ਇੱਦਾਂ ਹੀ ਖੜਾ ਆ, ਗਾਹਾਂ ਵੀ ਇੱਦਾਂ ਹੀ ਰਹਿਣਾ ਆ ਔਰ ਪਾਰਟੀ ਨੂੰ ਉਹਨਾਂ ਦੇ ਉੱਤੇ ਜਿਹੜਾ ਹੈਗਾ ਆ ਪਾਰਟੀ ਉਹਨਾਂ ਨੂੰ ਹਮੇਸ਼ਾ ਜਿਹੜਾ ਹੈਗਾ ਆ ਸਤਿਕਾਰ ਬਣਦਾ ਦਿੰਦੀ ਰਹੇਗੀ। ਸਰ ਜਿੱਦਾਂ ਕਿ ਆਪਾਂ ਗੱਲ ਕਰੀਏ ਭਗਵਾਨ ਦਾਸ ਸਿੱਧੂ ਜੀ ਦੇ, ਤੁਸੀਂ ਇਹ ਕਾਰਜਕਾਲ ਦੀ ਪ੍ਰਣਾਲੀ ਉਹਨਾਂ ਦੀ ਜੋ ਦਰਸਾਈ ਆ, ਪਰ ਉਹਨਾਂ ਦੇ ਅਸਤੀਫੇ ਦਾ ਕੀ ਕਾਰਨ ਹੋ ਸਕਦਾ? ਤੁਹਾਡੇ ਨਾਲ ਕੋਈ ਗੱਲਬਾਤ? ਉਹਦੇ 'ਚ ਜਿੱਦਾਂ ਕੁਛ ਜਗ੍ਹਾ ਦੇ ਉੱਤੇ ਅਸੀਂ ਜਿਹੜੀ ਸੰਗਠਨ ਦੀ ਤਬਦੀਲੀ, ਕਿਉਂਕਿ ਲੋਕਡਾਊਨ ਪੰਜਾਬ ਦੇ ਵਿੱਚ ਥੋੜ੍ਹੀ ਰਿਲੈਕਸੇਸ਼ਨ ਮਿਲੀ ਆ ਅਤੇ ਅਸੀਂ ਸੰਗਠਨ ਨੂੰ ਚੁਸਤ ਦਰੁਸਤ ਕਰਨ ਦੇ ਲਈ ਥੋੜ੍ਹਾ ਜਿਹਾ ਫੇਰ ਬਦਲ ਕਰਨਾ ਚਾਹੁੰਦੇ ਸੀ ਔਰ ਇਹ ਫੇਰ ਬਦਲ ਅਸੀਂ 2.5 ਮਹੀਨੇ ਤੋਂ ਪ੍ਰਪੋਜ਼ ਸੀਗਾ। ਜਿਹੜੇ ਉੱਥੋਂ ਦੇ ਮੌਜੂਦਾ ਪ੍ਰਧਾਨ ਸ਼੍ਰੀ ਪੁਰਸ਼ੋਤਮ ਹੀਰ ਜੀ ਆ ਉਹਨਾਂ ਦੇ ਨਾਲ ਇਹ ਡਿਸਕਸ 2.5 ਮਹੀਨੇ ਪਹਿਲਾਂ ਮੇਰੇ ਕੋਲ ਗੜੀ ਪਾਰਟੀ ਦਫ਼ਤਰ ਜਿਹੜਾ ਮੇਰਾ ਰਿਹਾਇਸ਼ ਵਾ ਉੱਥੇ ਬੈਠ ਕੇ ਹੋਇਆ ਸੀ ਔਰ ਉਹਨਾਂ ਨੂੰ ਦੱਸਿਆ ਸੀ ਕਿ ਤੁਹਾਡਾ ਜਿਹੜਾ ਹੈਗਾ ਅਸੀਂ ਪ੍ਰਮੋਸ਼ਨ ਕਰਨ ਜਾ ਰਹੇ ਹਾਂ, ਸਟੇਟ ਦੇ ਵਿੱਚ ਤੁਹਾਡਾ ਪ੍ਰਪੋਜ਼ ਕੀਤਾ ਜਾ ਚੁੱਕਾ ਆ ਔਰ ਇੱਥੇ ਜਿਹੜਾ ਹੈਗਾ ਜ਼ਿਲ੍ਹੇ ਦੀ ਬੋਡੀ ਦੇ ਵਿੱਚ ਆਪਾਂ ਪ੍ਰੈਜ਼ੀਡੈਂਟ, ਕਿਉਂਕਿ ਭੈਣ ਜੀ ਪਾਰਟੀ ਦਾ ਇਹ ਸਿਧਾਂਤ ਹੈ ਕਿ 50% ਜਿਹੜੇ ਚਿਹਰੇ ਆ ਅਹੁਦੇਦਾਰਾਂ ਦੇ ਉਹ ਜੰਗ ਹੋਣੇ ਚਾਹੀਦੇ ਆ ਔਰ ਅਸੀਂ ਉਸ ਸਿਧਾਂਤ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਔਰ ਪਿਛਲਾ ਵੀ ਜਿਹੜਾ ਆਪਾਂ 2 ਮਹੀਨੇ ਪਹਿਲਾਂ ਹੁਸ਼ਿਆਰਪੁਰ 'ਚੋਂ ਸਟੇਟ ਕਮੇਟੀ 'ਚ ਪ੍ਰਪੋਜ਼ ਕੀਤਾ ਸੀ ਸ਼੍ਰੀ ਦਲਜੀਤ ਰਾਏ ਜੀ, ਉਹ ਵੀ ਬਿਲਕੁਲ ਜੰਗ ਚਿਹਰੇ ਨੇ ਔਰ ਸ਼੍ਰੀ ਪੁਰਸ਼ੋਤਮ ਹੀਰ ਜੀ ਵੀ ਜੰਗ ਚਿਹਰੇ ਸੀ। ਬੈਲੈਂਸ ਜਿਹਾ ਵੀ ਬਣਿਆ ਰਹਿੰਦਾ, ਉੱਪਰੋਂ ਠੇਕੇਦਾਰ ਜੀ ਸੀਨੀਅਰ ਸਾਥੀ ਆ, ਜਨਰਲ ਸਕੱਤਰ ਨੇ। ਲੇਕਿਨ ਹੁਣ ਜਦੋਂ ਲੋਕਡਾਊਨ ਖੁੱਲ੍ਹਿਆ ਤਾਂ ਅਸੀਂ ਉਹਦੇ 'ਤੇ ਜਿਹੜਾ ਹੈਗਾ ਆ ਉਹਨਾਂ ਨੂੰ ਉਹ ਕਰਨ ਦੇ ਲਈ ਇਸੇ ਲੜੀ ਦੇ ਵਿੱਚ ਅਸੀਂ ਉਹਨਾਂ ਨੂੰ, ਜਦੋਂ ਜ਼ਿਲ੍ਹੇ ਦੇ ਵਿੱਚ ਅਸੀਂ ਨਵੇਂ ਪ੍ਰਧਾਨਗੀ ਦੀ ਚੋਣ ਦੀ ਕੀਤੀ ਤਾਂ ਚੋਣ ਤੋਂ ਪਹਿਲਾਂ ਅਸੀਂ ਠੇਕੇਦਾਰ ਜੀ ਦੇ ਕੋਲ ਘਰੇ ਗਏ। ਜ਼ਿਲ੍ਹਾ ਜਿਹੜਾ ਹੈਗਾ ਆ ਜਦੋਂ ਆਪਾਂ ਉਹਨਾਂ ਦੀ ਪੋਸਟ ਖਾਲੀ ਕੀਤੀ ਤਾਂ ਠੇਕੇਦਾਰ ਜੀ ਦੇ ਕੋਲ ਮੈਂ ਗਿਆ, ਡਾਕਟਰ ਨਛੱਤਰਪਾਲ ਜੀ ਔਰ ਬਾਮ ਸੇਫ ਤੋਂ ਐਡਵੋਕੇਟ ਸਾਹਿਬ ਰਣਜੀਤ ਕੁਮਾਰ ਜੀ, ਅਸੀਂ ਤਿੰਨਾਂ ਨੇ ਉੱਥੇ ਬ੍ਰੇਕਫਾਸਟ ਕੀਤਾ। 1.5 2 4 ਘੰਟੇ ਰਹੇ, ਨੀਅਰ ਅਬਾਊਟ 3 ਜਾਂ 4 ਘੰਟੇ ਔਰ ਬਕਾਇਦਾ ਖੁੱਲ੍ਹ ਕੇ ਡਿਸਕਸ਼ਨ ਹੋਈ। ਇਹ ਗੱਲ 30 ਮਈ ਦੀ ਗੱਲ ਹੈ। ਇਹ 29 ਮਈ ਨੂੰ ਅਸੀਂ ਸਮਾਂ ਲਿਆ, 30 ਨੂੰ ਅਸੀਂ ਖਾਣਾ ਖਾਧਾ, ਡਿਸਕਸ਼ਨ ਕੀਤੀ, 31 ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਦਾ ਅਨਾਊਂਸਮੈਂਟ ਕੀਤੀ। 30 ਤਰੀਕ ਨੂੰ ਅਸੀਂ 4 ਘੰਟੇ ਬੈਠ ਕੇ ਪੂਰੀ ਚਰਚਾ ਕੀਤੀ। ਉਹਨਾਂ ਨੇ ਫਿਰ ਇੱਥੇ ਤੱਕ ਗੱਲ ਆ ਗਈ ਸੀਗੀ ਵੀ ਠੀਕ ਹੈ ਪ੍ਰਧਾਨ ਜੀ, ਜੋ ਤੁਸੀਂ ਫੈਸਲਾ ਲੈਣਾ ਲਓ, ਅਸੀਂ ਪਾਰਟੀ ਦੇ ਨਾਲ ਹੈ, ਲੇਕਿਨ ਸਾਡਾ ਜਿਹੜਾ ਆਪਸੀ ਤਾਲਮੇਲ ਇੱਥੇ ਗੁੱਟਬੰਦੀ ਬਹੁਤ ਹੈ ਹੁਸ਼ਿਆਰਪੁਰ ਦੇ ਵਿੱਚ ਅਤੇ ਅਸੀਂ ਉਹ ਗੁੱਟਬੰਦੀ ਖਤਮ ਜਿਹੜੀ ਹੈਗੀ ਆ ਪਿਛਲੇ 1 ਸਾਲ ਤੋਂ ਨਹੀਂ ਸੀ ਹੋਈ। ਅਤੇ ਅਸੀਂ ਕਹਿੰਦੇ ਵੀ ਕਿਸੇ ਤਰ੍ਹਾਂ ਬੈਠ ਕੇ ਸਾਨੂੰ ਸਾਡੇ ਸਾਥੀਆਂ ਨਾਲ ਜਿਹੜੇ ਬਾਕੀ ਵੀ 2-3 ਹੈਗੇ ਉਹਨਾਂ ਨੇ ਪ੍ਰੋਬਲਮਸ ਸ਼ੇਅਰ ਕੀਤੀ ਵੀ ਬੈਠ ਕੇ ਸਾਨੂੰ ਇੱਕ ਵਾਰ ਤਾਲਮੇਲ ਕਰਾਓ। ਮੈਂ ਉਹਨਾਂ ਨੂੰ ਸਮਾਂ ਦੇ ਦਿੱਤਾ ਵੀ ਮੌਕੇ 'ਤੇ ਹੀ ਤੁਸੀਂ ਜਿਹੜਾ 31 ਤਰੀਕ ਸਵੇਰੇ ਮੇਰੇ ਕੋਲ ਘਰੇ ਆ ਜਾਓ ਗੜੀ, ਬੈਠ ਕੇ ਮੈਂ ਤੁਹਾਨੂੰ ਬਾਕੀ ਅਹੁਦੇਦਾਰਾਂ ਦੇ ਨਾਲ ਚਾਹ ਦਾ ਕੱਪ ਲਾਉਣਾ, ਤੁਹਾਡੀ ਇੱਕ ਟੀਮ ਬਣ ਜਾਏਗੀ। 8 ਵਜੇ ਦਾ ਸਮਾਂ ਰੱਖ ਲਿਆ, ਲੇਕਿਨ ਠੇਕੇਦਾਰ ਜੀ ਦਾ ਅਗਲੇ ਦਿਨ ਸਵੇਰੇ 7 ਵਜੇ ਮੈਨੂੰ 31 ਤਰੀਕ ਨੂੰ ਫੋਨ ਆ ਗਿਆ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹਨਾਂ ਨੂੰ ਬੁਲਾਵਾਂ ਚਾਹ ਦੇ ਉੱਤੇ ਜਿਹਨਾਂ ਨਾਲ ਤੁਹਾਨੂੰ ਲੱਗਦਾ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸੈਕਟਰੀ ਜਿਹੜੇ ਸਟੇਟ ਸੈਕਟਰੀ ਸ਼੍ਰੀ ਦਲਜੀਤ ਰਾਏ ਜੀ, ਡਿਸਟ੍ਰਿਕਟ ਦੇ ਇੰਚਾਰਜ ਸ਼੍ਰੀ ਸੁਖਦੇਵ ਬਿੱਟਾ ਜੀ ਜਿਹੜੇ ਐਕਸ ਸਰਪੰਚ ਹੈ ਪਿੰਡ ਦੇ ਔਰ ਮਹਾਸ਼ਾ ਭਾਈਚਾਰੇ ਤੋਂ ਆ, ਦੂਸਰੇ ਜ਼ੋਨ ਦੇ ਇੰਚਾਰਜ ਸ਼੍ਰੀ ਇੰਜੀਨੀਅਰ ਮਹਿੰਦਰ ਸੰਧਰਾ ਜੀ, ਉਹ ਵੀ ਪਹਿਲਾਂ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਰਹੇ 2-3 ਸਾਲ, ਪਹਿਲਾਂ ਪ੍ਰਧਾਨ ਵੀ ਰਹੇ ਇੰਜੀਨੀਅਰ ਮਹਿੰਦਰ ਸੰਧਰਾ ਜੀ 2012 ਦੇ ਲਾਗੇ ਛਾਗੇ। ਅਸੀਂ ਤਿੰਨਾਂ ਨੂੰ ਚੌਥੇ ਅਸੀਂ ਪਾਰਲੀਮੈਂਟ ਦੇ ਇੰਚਾਰਜ ਨੇ ਸ਼੍ਰੀ ਖੁਸ਼ੀ ਰਾਮ ਜੀ, ਉਹਨਾਂ ਨੇ ਪਾਰਲੀਮੈਂਟ ਇਲੈਕਸ਼ਨ ਲੜਿਆ। ਚੌਥੇ ਅਸੀਂ ਐਡਵੋਕੇਟ ਉੱਥੋਂ ਦੇ ਬਾਮ ਸੇਫ ਦੇ ਉਹਨਾਂ ਨੂੰ ਇਨਵਾਈਟ ਕੀਤਾ। 5ਵੇਂ ਡਾਕਟਰ ਨਛੱਤਰਪਾਲ ਜੀ, 6ਵਾਂ ਮੈਂ, 7ਵੇਂ ਪੁਰਸ਼ੋਤਮ ਹੀਰ ਜੀ। ਅਸੀਂ 7 ਨੇ ਮਤਲਬ ਮੈਂ ਉੱਥੇ ਬੈਠਿਆਂ ਨਹੀਂ ਫੋਨ ਲਾਏ ਕਿ ਇਹਨਾਂ ਨੂੰ ਆਪਾਂ ਬੁਲਾ ਕੇ ਚਾਹ ਦਾ ਕੱਪ ਪਿਲਾਇਆ ਜਾਵੇ ਤਾਂ ਜੋ ਹੁਸ਼ਿਆਰਪੁਰ ਦਾ ਕੰਮ ਸਮੂਥ ਹੋ ਸਕੇ, ਕਿਉਂਕਿ ਹੁਸ਼ਿਆਰਪੁਰ ਤੋਂ ਸਾਬਕਾ ਕਾਸ਼ੀ ਰਾਮ ਜੀ ਵੀ ਲੜੇ, ਭੈਣ ਜੀ ਵੀ ਲੜੇ, ਬਾਬਾ ਸਾਹਿਬ ਅੰਬੇਡਕਰ ਦਾ ਪੋਤਾ ਵੀ ਲੜਿਆ ਔਰ ਪਿਛਲੇ ਸਮਿਆਂ 'ਚ ਅਸੀਂ ਉੱਥੋਂ MLA ਵੀ ਉਸ ਸੀਟ ਤੋਂ 3-4 ਕੱਢੇ ਆ ਔਰ ਇਸ ਵਾਰੀ ਵੀ ਸਾਡੀ ਬੜੀ ਅੱਛੀ ਟੀਮਾਂ ਜਿਹੜੀਆਂ ਥੱਲੇ ਵਿਧਾਨ ਸਭਾ ਦੀਆਂ ਕੰਮ ਕਰ ਰਹੀਆਂ ਜੀ।
ਅਗਲੇ ਦਿਨ ਉਹਨਾਂ ਨੇ 31 ਤਰੀਕ ਨੂੰ ਸਵੇਰੇ 7 ਵਜੇ ਕਿਹਾ ਵੀ ਪ੍ਰਧਾਨ ਜੀ ਵੀ ਸਾਡੇ ਤੋਂ ਅਸੀਂ ਨਹੀਂ ਆ ਸਕਣਾ, ਕੋਈ ਪ੍ਰੋਬਲਮ ਹੈ ਸਾਡੀ, ਵੀ ਜੇ ਅਸੀਂ ਸਾਹਮਣੇ ਬੈਠਾਂਗੇ ਪਤਾ ਨਹੀਂ ਸੰਬੰਧ ਕੋਈ ਬੋਲ ਕਬੋਲ ਹੋ ਜਾਏ, ਕੋਈ ਨਿੱਜੀ ਕੋਈ ਗੱਲਾਂ ਬਾਤਾਂ। ਕਿੱਦਾਂ ਦਾ ਉਹਨਾਂ ਨੂੰ ਲੱਗਦਾ ਜੇ ਅਗਰ ਇੱਕ ਪਾਰਟੀ ਦੇ ਵਿੱਚ ਕੰਮ ਕਰਦੇ ਆ ਤੇ ਇਦਾਂ ਦੇ ਮਤਭੇਦ ਲੈ ਕੇ ਉਹਦੇ 'ਚ? ਅਤੇ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਜਵਾਬ ਦੇ ਦਿੱਤਾ, ਅਤੇ ਜਿਹੜੇ ਸਾਥੀਆਂ ਨੇ ਆਉਣਾ ਸੀ ਮੈਂ ਉਹਨਾਂ ਨੂੰ ਇਨਫੋਰਮ ਕੀਤਾ ਵੀ ਤੁਸੀਂ ਆਉਣਾ ਤਾਂ ਜੀ ਆਇਆਂ ਨੂੰ, ਲੇਕਿਨ ਪ੍ਰੋਗਰਾਮ ਉਹਨਾਂ ਨੇ ਕੈਂਸਲ ਕਰ ਦਿੱਤਾ ਠੇਕੇਦਾਰ ਜੀ ਨੇ। ਫਿਰ ਉਹ ਤਿੰਨੋਂ ਸਾਥੀ ਜਿਨ੍ਹਾਂ ਨਾਲ ਬੈਠ ਕੇ ਚਾਹ ਦਾ ਕੱਪ ਪੀਣਾ ਚਾਹੁੰਦੇ ਸੀ, ਉਹਨਾਂ ਨੇ ਪੁੱਛਿਆ ਸਾਡੇ ਲਈ ਕੀ ਹੁਕਮ ਹੈ। ਮੈਂ ਕਿਹਾ ਵੀ ਤੁਸੀਂ ਇੱਦਾਂ ਕਰੋ ਵੀ ਠੇਕੇਦਾਰ ਦੀ ਚਾਹ ਤੁਹਾਡੇ ਨਾਲ ਹੀ ਪੀਣਾ ਚਾਹੁੰਦੇ ਸੀ, ਤੁਸੀਂ ਵੀ ਹੁਸ਼ਿਆਰਪੁਰ ਦੇ, ਠੇਕੇਦਾਰ ਜੀ ਵੀ ਹੁਸ਼ਿਆਰਪੁਰ ਦੇ, ਤੁਸੀਂ ਆਪਸ 'ਚ ਬੈਠ ਕੇ ਚਾਹ ਦਾ ਕੱਪ ਪੀ ਲਓ ਜੀ। ਅਤੇ ਮੇਰੇ ਬੇਨਤੀ ਕਰਨ ਦੇ ਨਾਲ ਉਹ ਤਿੰਨੋਂ ਹੀ ਸਾਥੀ ਠੇਕੇਦਾਰ ਜੀ ਦੇ ਇੰਜੀਨੀਅਰ ਮਹਿੰਦਰ ਸੰਧਰਾ ਜੀ, ਸ਼੍ਰੀ ਦਲਜੀਤ ਰਾਏ ਜੀ ਔਰ ਸ਼੍ਰੀ ਸੁਖਦੇਵ ਭੱਟਾ ਜੀ, ਸੂਬਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਜੀ ਦੇ ਘਰ ਗਏ, ਚਾਹ ਦਾ ਕੱਪ ਪੀਤਾ, ਡੇਢ ਘੰਟੇ ਉਹਨਾਂ ਦੇ ਗੋਡੇ ਫੜੇ, ਆਸ਼ੀਰਵਾਦ ਲਿਆ ਔਰ ਹੁਸ਼ਿਆਰਪੁਰ ਦੇ ਵਿੱਚ ਇਕਮੁੱਠ ਹੋ ਕੇ ਚੱਲਣ ਦੀ ਉਹਨਾਂ ਨੇ ਇਹ ਆਪਸੀ ਜਿਹੜੀ ਹੈਗੀ ਸਹਿਮਤੀ ਪ੍ਰਗਟਾਈ। 31 ਸ਼ਾਮ ਨੂੰ ਅਸੀਂ ਜਿਹੜਾ ਡਿਸਟ੍ਰਿਕਟ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਅਨਾਊਂਸ ਕਰ ਦਿੱਤਾ। ਇੰਨੀ ਉਹ ਕਹਾਣੀ ਆ, ਬਾਕੀ ਤੁਸੀਂ ਜਾਣਦੇ ਆ ਜੀ। ਅਤੇ ਸਰ ਅੱਜ ਜੇ ਆਪਾਂ ਗੱਲ ਕਰੀਏ ਲਗਾਤਾਰ ਜਿੱਦਾਂ ਕਿ ਤੁਹਾਡੀ ਇੱਕ ਜੋ ਛਵੀ ਤਾਨਾਸ਼ਾਹੀ ਜੋ ਦਿਖਾਈ ਜਾ ਰਹੀ, ਇਹਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ 'ਤੇ ਵੀ ਫਰਕ ਪਊ? ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਕਹਾਣੀ ਤੁਹਾਡੇ ਵਿੱਚ ਰੱਖੀ ਆ ਇਹਦੀ ਜੱਜਮੈਂਟ ਲੋਕ ਕਰਨਗੇ ਔਰ ਤੁਸੀਂ ਮੀਡੀਆ ਕਰਮੀ ਕਰੋਗੇ ਕਿ ਉਹ ਛਵੀ ਗਲਤ ਬਣਾਈ ਜਾ ਰਹੀ ਆ ਕਿ ਸਹੀ ਬਣਾਈ ਜਾ ਰਹੀ ਜੀ। ਔਰ ਜਿੱਦਾਂ ਕਿ ਆਪਾਂ ਇੱਕ ਗੱਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਲੈਕਸ਼ਨਾਂ ਦਾ ਦੌਰ ਜੋ ਸ਼ੁਰੂ ਹੋ ਰਿਹਾ, ਉਹਦੇ ਲਈ ਬਸਪਾ ਕਿਸ ਤਰੀਕੇ ਨਾਲ ਸੰਘਰਸ਼ ਕਰਨ ਲਈ ਸ਼ੁਰੂ ਹੋ? ਦੇਖੋ, ਬਹੁਜਨ ਸਮਾਜ ਪਾਰਟੀ ਦਾ ਫਸਟ ਸਟੈਪ ਜਿਹੜਾ ਪਹਿਲਾ ਦਾ 1 ਪੁਆਇੰਟ ਏਜੰਡਾ ਆ ਆਰਗੇਨਾਈਜੇਸ਼ਨ ਐਂਡ ਆਰਗੇਨਾਈਜੇਸ਼ਨ। ਅਸੀਂ ਬਹੁਜਨ ਸਮਾਜ ਦੇ ਆਧਾਰ ਦੇ ਉੱਤੇ ਕੈਡਰ ਆਧਾਰਿਤ ਸੰਗਠਨ ਖੜਾ ਕਰਨਾ ਚਾਹੁੰਦੇ ਹਾਂ, ਲੇਕਿਨ ਪਿਛਲੇ 3 ਮਹੀਨੇ ਲਗਾਤਾਰ ਲੋਕਡਾਊਨ ਚੱਲਿਆ, ਉਸ ਤੋਂ ਪਹਿਲਾਂ 3 ਮਹੀਨੇ ਆਰਥਿਕ ਸਹਿਯੋਗ ਦਿਵਸ ਵੀ ਚੱਲਿਆ। ਸਾਡੇ 6 ਮਹੀਨੇ ਜਿਹੜੇ ਹੈਗੇ ਆ ਮੈਨੂੰ ਇੱਦਾਂ ਲੱਗਦੇ ਆ ਇਹ ਬਹੁਤ ਜ਼ਿਆਦਾ ਕਿਸੇ ਨਾ ਕਿਸੇ ਰੂਪ 'ਚ ਸਾਡੇ ਹੱਥੋਂ ਨਿਕਲੇ ਆ, ਜਿਹੜੇ ਨਹੀਂ ਸੀ ਨਿਕਲਣੇ ਚਾਹੀਦੇ। ਲੇਕਿਨ ਅਸੀਂ ਜ਼ੂਮ ਵੀਡੀਓ ਕਾਨਫਰੰਸਾਂ ਦੇ ਮਾਧਿਅਮ ਤੋਂ ਅਸੀਂ ਆਪਣੇ ਸੰਗਠਨ ਨੂੰ ਟੈਕਨੋਲੋਜੀ ਦੇ ਉੱਤੇ ਟਰਾਂਸਫਰ ਕੀਤਾ ਆ, ਕਿਸੇ ਨਾ ਕਿਸੇ ਰੂਪ 'ਚ ਰਾਬਤੇ 'ਤੇ ਲੈ ਕੇ ਆਏ ਆ। ਲੇਕਿਨ ਕਰੋਨਾ ਮਹਾਂਮਾਰੀ ਦੇ ਕਰਕੇ ਜਿਹੜਾ ਫੀਲਡ ਵਰਕ ਹੈ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਫੈਕਟ ਹੋਇਆ। ਅਸੀਂ ਇਸ ਮਾਮਲੇ 'ਚ ਥੋੜ੍ਹਾ ਜਿਹਾ ਜ਼ਰੂਰ ਫਿਕਰਮੰਦ ਹੈ ਜੀ। ਔਰ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਜੋ ਬਹੁਜਨ ਸਮਾਜ ਪਾਰਟੀ ਵੱਲੋਂ ਕਿਸ ਤਰੀਕੇ ਨਾਲ ਜੋ ਵਰਕਰਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਬਹੁਜਨ ਸਮਾਜ ਪਾਰਟੀ, ਕਿੱਦਾਂ ਕੀ ਪਲਾਨ ਚੱਲ ਰਿਹਾ ਕਿ ਬਹੁਜਨ ਸਮਾਜ ਪਾਰਟੀ ਜੋ ਰਾਜ ਸੱਤਾ ਦੇ ਵਿੱਚ ਆਵੇ? ਬਹੁਜਨ ਸਮਾਜ ਪਾਰਟੀ ਕਿਉਂਕਿ ਮੂਹਰੇ 2022 ਲਈ ਸਾਡੇ ਕੋਲ 1.5-2 ਸਾਲ ਦਾ ਸਮਾਂ ਬਚਦਾ ਆ। ਜਿੰਨੇ ਵੀ ਸਾਡੇ ਕੋਲ ਪੁਰਾਣੇ ਸੀਨੀਅਰ ਸਾਥੀ ਪਿਛਲੇ ਵੱਖ-ਵੱਖ ਸਮਿਆਂ ਦੇ ਵਿੱਚ ਕਿਸੇ ਤਰੀਕੇ ਨਾਲ ਘਰਾਂ 'ਚ ਬੈਠੇ ਆ ਜਾਂ ਜ਼ਿੰਮੇਵਾਰੀਆਂ ਤੋਂ ਰਹਿਤ ਬੈਠੇ ਆ, ਅਸੀਂ ਉਹਨਾਂ ਸਾਰਿਆਂ ਤੱਕ ਪਹੁੰਚ ਕਰ ਰਹੇ ਪਿਛਲੇ 2-2.5 ਮਹੀਨਿਆਂ ਤੋਂ ਲਗਾਤਾਰ ਲੱਗੇ ਹੋਏ ਆ ਜੀ। ਉਸ ਨਜ਼ਰੀਏ ਦੇ ਵਿੱਚ ਅਸੀਂ ਜਿਹੜਾ ਸਾਰੇ ਸਾਥੀਆਂ ਨੂੰ ਜ਼ਿੰਮੇਵਾਰੀਆਂ ਦੇ ਕੇ ਨਾਲ ਤੋਰਨ ਦਾ ਅਭਿਆਨ ਹੈ ਜਿਹੜਾ ਉਹ ਚਲਾ ਚੁੱਕੇ ਹਾਂ। ਪਰਸੋਂ ਵੀ ਅਸੀਂ ਤੁਸੀਂ ਦੇਖ ਲਿਆ ਕਿ ਅਨਾਊਂਸਮੈਂਟਾਂ ਅਸੀਂ ਕੀਤੀਆਂ। ਪਰਸੋਂ ਲੁਧਿਆਣੇ ਦੇ ਦੋਨੇ ਡਿਸਟ੍ਰਿਕਟ ਜਿੱਥੋਂ ਦੇ ਤੁਸੀਂ ਆਪ ਹੋ ਉੱਥੋਂ ਦੀਆਂ ਆਪਾਂ ਬੋਡੀਆਂ ਜਿਹੜੀਆਂ ਰਿਫੋਰਮ ਕੀਤੀਆਂ ਹੈਗੀਆਂ ਆ ਔਰ ਸੰਗਠਨ ਦਾ ਕੰਮ ਜਿਹੜਾ ਹੈਗਾ ਅਗਲੇ ਦਿਨ ਵੀ ਤੁਸੀਂ ਦੇਖੋਗੇ ਕਿ ਇਸ ਹਫ਼ਤੇ 'ਚ ਬਹੁਤ ਵੱਡੀਆਂ ਅਨਾਊਂਸਮੈਂਟਾਂ ਹੋਣਗੀਆਂ। ਔਰ ਸਰ ਜਿੱਦਾਂ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਜੋ ਇੱਕ ਨਾਰੀ ਨੂੰ ਸਭ ਤੋਂ ਜ਼ਿਆਦਾ ਅਧਿਕਾਰ ਦਿੱਤੇ ਗਏ ਆ, ਔਰ ਬਹੁਜਨ ਸਮਾਜ ਪਾਰਟੀ ਦੇ ਵਿੱਚ ਨਾਰੀ ਜੋ ਮਹਿਲਾ ਦਾ ਕੋਈ ਵਿੰਗ ਜਾਂ ਕੋਈ ਇਸ ਤਰੀਕੇ ਬਣਾਇਆ ਜਾ ਰਿਹਾ? ਨਹੀਂ, ਬਹੁਜਨ ਸਮਾਜ ਪਾਰਟੀ ਦੇ ਵਿੱਚ ਸਾਹਿਬ ਕਾਸ਼ੀ ਰਾਮ ਜੀ ਔਰ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਪਸ਼ਟ ਸੰਗਠਨ ਦਾ ਆਦੇਸ਼ ਔਰ ਨਿਰਦੇਸ਼ ਹੈ। ਯੂਥ ਆ ਜਾਏ ਔਰ ਚਾਹੇ ਲੇਡੀਜ਼ ਆ ਜਾਣ, ਚਾਹੇ ਹੋਰ ਵੱਖ-ਵੱਖ ਤਬਕੇ ਆ ਜਾਣ, ਸਾਡੀ ਪਾਰਟੀ 'ਚ ਕੋਈ ਅਲੱਗ ਵਿੰਗ ਨਹੀਂ। ਸਾਰੇ ਹੀ ਜਿਹੜੇ ਵੱਖ-ਵੱਖ ਜਾਤਾਂ ਧਰਮਾਂ ਜਾਂ ਲਿੰਗ ਆਧਾਰਿਤ ਵੀ ਲੋਕ ਨੇ ਉਹ ਸਾਰੇ ਇੱਕੋ ਹੀ ਸੰਗਠਨ 'ਚ ਰਹਿ ਕੇ ਜ਼ਿੰਮੇਵਾਰੀਆਂ 'ਤੇ ਕੰਮ ਕਰਨ ਜੀ। ਔਰ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਦੂਸਰੀਆਂ ਪਾਰਟੀਆਂ ਵੱਲੋਂ ਅਲੱਗ-ਅਲੱਗ ਤਰ੍ਹਾਂ ਵਿੰਗ ਬਣਾਏ ਜਾਂਦੇ, ਕੋਈ ਐਸਸੀ ਵਿੰਗ, ਕੋਈ ਮੁਸਲਿਮ ਵਿੰਗ ਜਾਂ ਕੋਈ ਮਹਿਲਾ ਵਿੰਗ। ਕੀ ਬਸਪਾ ਇੱਦਾਂ ਦਾ ਕੁਛ ਨਹੀਂ ਕਰਦੀ? ਕੋ ਬਹੁਜਨ ਸਮਾਜ ਪਾਰਟੀ ਦੇ ਕੋਲ 3 ਸੰਗਠਨ ਹੈ ਜੀ। ਇੰਪਲਾਈਜ਼ ਦਾ ਬਾਮਸੇਫ ਹੈ ਔਰ ਬਹੁਜਨ ਵਲੰਟੀਅਰ ਫੋਰਸ ਹੈ ਜਿਹਦੇ 'ਚ 35 ਸਾਲ ਤੋਂ ਘੱਟ ਉਮਰ ਦਾ ਯੂਥ ਹੁੰਦਾ ਆ ਹਮੇਸ਼ਾ ਹੀ, ਔਰ ਇਸ ਤੋਂ ਇਲਾਵਾ ਰਾਜਨੀਤੀ ਦੇ ਲਈ ਬਹੁਜਨ ਸਮਾਜ ਪਾਰਟੀ ਹੈ ਜੀ। ਅਤੇ ਤਿੰਨੋਂ ਹੀ ਸੰਗਠਨਾਂ ਨੂੰ ਮਜ਼ਬੂਤ ਕਰਨਾ ਸਾਡੀ ਡਿਊਟੀ ਆ ਜੀ। ਸਰ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਕਿ ਬੈਕਵਰਡ ਏਰੀਆ ਜੇ ਆਪਾਂ ਕਹੀਏ ਥੋੜ੍ਹਾ ਜਿਹਾ ਆਪਣੇ ਤੋਂ ਦੁਆਬੇ ਦੇ ਵਿੱਚ ਤਾਂ ਬਹੁਜਨ ਸਮਾਜ ਪਾਰਟੀ ਦਾ ਜੋ ਗ੍ਰਾਫ ਬਹੁਤ ਵਧੀਆ ਆ, ਪਰ ਜੇ ਮਾਲਵੇ ਦੀ ਗੱਲ ਕਰਦੇ ਹਾਂ, ਮਾਲਵੇ ਦੇ ਵਿੱਚ ਕਿਸ ਤਰੀਕੇ ਦਾ ਯਤਨ ਕੀਤਾ ਜਾ ਰਿਹਾ? ਸੰਗਠਨ ਬਣਾਉਣ ਦਾ ਪੈਟਰਨ ਸੇਮ ਹੈ, ਸਿਰਫ ਸਮੇਂ ਦਾ ਹੀ ਅੰਤਰ ਹੈ।
ਕੁਝ ਸਮਾਂ ਜਿਹੜਾ ਹੈਗਾ ਆ ਜਿੱਥੇ ਬਿਲਕੁਲ ਕਮਜ਼ੋਰ ਏਰੀਆ ਉੱਥੇ ਵੱਧ ਦੇ ਰਹੇ ਆ ਜੀ ਜਿਹੜੀਆਂ ਸੀਟਾਂ ਜਿੱਤਣ ਦੇ ਵਿੱਚ ਲਿਸਟ ਡਾਊਨ ਹੋ ਚੁੱਕੀਆਂ ਆ ਉੱਥੇ ਵੱਧ ਸਮਾਂ ਦੇ ਰਹੇ ਆ ਜਿਨ੍ਹਾਂ ਸੀਟਾਂ ਦੇ ਉੱਤੇ ਅਸੀਂ ਕਾਂਗਰਸ ਔਰ ਅਕਾਲੀਆਂ ਨੂੰ ਹਰਾਉਣ ਦਾ ਮੂਡ ਬਣਾ ਕੇ ਬੈਠੇ ਆ ਉੱਥੇ ਵੀ ਆਪਾਂ ਜ਼ਿਆਦਾ ਸਮਾਂ ਦੇ ਰਹੇ ਆ ਤੇ ਸਮਾਂ ਹੀ ਆ ਕੋਈ ਇੱਕ ਹੱਲ ਹੈ ਸਮਾਂ ਹੀ ਆ ਸਮਾਂ ਅਸੀਂ 24 ਘੰਟੇ ਦੇ ਵਿੱਚੋਂ ਬਹੁ ਗਿਣਤੀ ਸਮਾਂ ਜਿਹੜਾ ਬਹੁਤ ਸਮਾਂ ਆਪਾਂ ਦੇ ਰਹੇ ਹਾਂ ਜੀ ਹੁਣ ਜਿੱਦਾਂ ਤੱਕ ਕਿ ਹੁਣ ਤੱਕ ਕਿੰਨੇ ਏਰੀਏ ਦੇ ਵਿੱਚ ਜੋ ਬਹੁਜਨ ਸਮਾਜ ਪਾਰਟੀ ਦੇ ਜੋ ਕਾਰਜਕਰਤਾ ਜੋ ਸਥਾਪਿਤ ਕਰ ਦਿੱਤੇ ਗਏ ਬਹੁਜਨ ਸਮਾਜ ਪਾਰਟੀ ਨੇ ਆਰਗੇਨਾਈਜੇਸ਼ਨ ਦੇ ਤੌਰ ਤੇ ਨੀਅਰ ਅਬਾਊਟ 27 ਦੇ ਕਰੀਬ ਜ਼ਿਲ੍ਹੇ ਬਣਾਏ ਆ ਜਿਸ 'ਚੋਂ ਇੱਕ ਜ਼ਿਲ੍ਹਾ ਹੈਗਾ ਜਿਹੜਾ ਹਲੇ ਥੋੜ੍ਹਾ ਜਿਹਾ ਨਹੀਂ ਬਣ ਪਾਇਆ ਬਾਕੀ ਪੂਰੇ ਪੰਜਾਬ ਦੇ ਵਿੱਚ ਢਾਂਚੇ ਜਿਹੜੇ ਆ ਦਰੁਸਤ ਹੋ ਚੁੱਕੇ ਤੋ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਸ ਤਰੀਕੇ ਨਾਲ ਤੁਸੀਂ ਅੱਗੇ ਆਓਗੇ ਇਸ ਵਾਰ ਅਸੀਂ ਕਾਂਗਰਸ ਔਰ ਅਕਾਲੀ ਦਲ ਨੂੰ ਟੱਕਰ ਦੇਣ ਦੇ ਸਖਤ ਟੱਕਰ ਦੇ ਕੇ ਕਿਸੇ ਦੀ ਵੀ ਸਰਕਾਰ ਨਾ ਬਣੇ ਬਹੁਜਨ ਸਮਾਜ ਪਾਰਟੀ ਦੇ ਕੋਲ ਜਾਂ ਘੋੜਾ ਹੋਵੇ ਜਾਂ ਲਗਾਮ ਹੋਵੇ ਇਸ ਨਜ਼ਰੀਏ ਨਾਲ ਜਿਹੜੀ ਅਸੀਂ ਤਿਆਰੀ ਆ ਬੜੀ ਮਜ਼ਬੂਤੀ ਨਾਲ ਕਰ ਰਹੇ ਹਾਂ ਕੀ ਮੁੱਦੇ ਲੈ ਰਹੇ ਸੀ ਬਹੁਜਨ ਸਮਾਜ ਸਦਾ ਹੀ ਹਜ਼ਾਰਾਂ ਸਾਲਾਂ ਤੋਂ ਇਹਦੇ ਕੋਲ ਮੁੱਦੇ ਆ ਹੱਲ ਤਾਂ ਕਦੀ ਹੋਇਆ ਨਹੀਂ ਤੇ ਬਹੁਜਨ ਸਮਾਜ ਦੇ ਸਾਰੇ ਮੁੱਦੇ ਬਸਪਾ ਲੈ ਰਹੀ ਆ ਹੱਲ ਕਰਨ ਦੇ ਲਈ ਸਰ ਕਿਤੇ ਨਾ ਕਿਤੇ ਜੇ ਗੱਲ ਕਰਦੇ ਆਪਾਂ ਬਹੁਜਨ ਸਮਾਜ ਪਾਰਟੀ ਨੂੰ ਕਈ ਲੋਕਾਂ ਵੱਲੋਂ ਇੱਕ ਟੈਗ ਵੀ ਦੇ ਦਿੱਤਾ ਗਿਆ ਕਈ ਅਗਰ ਗੱਲ ਕਰੀਏ ਕਿ ਬਹੁਜਨ ਸਮਾਜ ਪਾਰਟੀ ਨੂੰ ਕਿਤੇ ਨਾ ਕਿਤੇ ਇੱਕ ਜਾਤੀ ਦੀ ਪਾਰਟੀ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਇਹਨੂੰ ਕਿਸ ਤਰੀਕੇ ਕਈ ਲੋਕਾਂ ਦੇ ਵਿੱਚ ਅਗਰ ਗੱਲ ਚੱਲਦੀ ਤੇ ਉਹ ਇਹੀ ਕਹਿ ਰਹੇ ਕਿ ਇੱਕੋ ਜਾਤ ਦੀ ਪਾਰਟੀ ਆ ਕਿੱਦਾਂ ਤੁਸੀਂ ਇਹਨੂੰ ਪੇਸ਼ ਕਰ ਰਹੇ ਬਹੁਜਨ ਸਮਾਜ ਪਾਰਟੀ ਸਾਡੇ ਮਹਾਪੁਰਸ਼ਾਂ ਨੇ ਕਨਸੈਪਟ ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਮਾਈਨੋਰਟੀ ਦੇ ਆਧਾਰ ਦੇ ਉੱਤੇ ਬਹੁਜਨ ਕਨਸੈਪਟ ਦਿੱਤਾ ਸੀ ਜੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਸਰਬ ਸਮਾਜ ਦੀ ਸਰਬਜਨ ਹਿਤਾਏ ਸਰਬਜਨ ਸੁਖਾਏ ਦੇ ਆਧਾਰ 'ਤੇ ਸਾਰੀਆਂ ਜਾਤਾਂ ਸਾਰੇ ਧਰਮਾਂ ਵਰਗਾਂ ਦੀ ਪਾਰਟੀ ਬਣਾਇਆ ਪੰਜਾਬ ਦੇ ਵਿੱਚ ਜ਼ਰੂਰ ਅਸੀਂ ਜਿਹੜਾ ਇਸ ਮੁੱਦੇ ਦੇ ਉੱਤੇ ਸੰਘਰਸ਼ੀਲ ਹੈ ਕਿ ਇਹਦਾ ਜਿਹੜਾ ਟੈਗ ਕਾਂਗਰਸ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਦੇ ਉੱਤੇ ਲਾਏ ਆ ਕਿ ਜਾਤੀ ਵਿਸ਼ੇਸ਼ ਦੀ ਪਾਰਟੀ ਆ ਜਿੱਦਾਂ ਫੋਰ ਐਗਜ਼ਾਮਪਲ ਪੂਰੀ ਸਾਡੀ ਸਟੇਟ ਕਮੇਟੀ ਦੇ ਵਿੱਚ ਨੀਅਰ ਅਬਾਊਟ ਜ਼ਿਆਦਾ ਨਹੀਂ ਤਾਂ 10-12 ਜਾਤੀਆਂ ਤੋਂ ਜ਼ਿਆਦਾ ਦੇ ਲੋਕ ਜਿਹੜੇ ਅਹੁਦੇਦਾਰ ਨੇ ਸਟੇਟ ਬੋਡੀ 'ਚ ਇਸੇ ਤਰ੍ਹਾਂ ਥੱਲੇ ਵਾਲੇ ਅੱਧਿਆਂ ਨਾਲੋਂ 7 ਜਾਂ 8 ਜ਼ਿਲ੍ਹੇ ਇੱਦਾਂ ਦੇ ਆ ਜਿੱਥੇ ਮਜ਼੍ਹਬੀ ਸਿੱਖ ਭਾਈਚਾਰਾ ਸਾਡਾ ਪ੍ਰੈਜ਼ੀਡੈਂਟ ਹੈ ਜੀ 5-7 ਜ਼ਿਲ੍ਹੇ ਇੱਦਾਂ ਦੇ ਆ ਜਿੱਥੇ ਰਵਦਾਸੀਆ ਵੀ ਆ ਔਰ ਸਟੇਟ ਬੋਡੀ ਦੇ ਵਿੱਚ ਸੈਣੀ ਵੀ ਆ ਮਜ਼੍ਹਬੀ ਵੀ ਭਾਈਚਾਰਾ ਵੀ ਆ ਆਦਿ ਧਰਮੀ ਵੀ ਆ ਉਹਦੇ 'ਚ ਬੁੱਧਿਸਟ ਵੀ ਆ ਉਹ ਸਿੱਖ ਵੀ ਆ ਜੱਟ ਵੀ ਆ ਝੋਰ ਵੀ ਆ ਮਹਿਰਾ ਵੀ ਆ ਸੁਨਿਆਰੇ ਵੀ ਸਾਡੀ ਪਾਰਟੀ ਦੇ ਸੰਗਠਨ ਤੁਹਾਡਾ ਲੁਧਿਆਣੇ ਦੇ ਵਿੱਚ ਜਿਹੜੇ ਮੇਨ ਸਾਰੇ ਭਾਈਚਾਰੇ ਸਾਡੇ ਸੰਗਠਨ 'ਚ ਹੈਗੇ ਆ ਸਿਰਫ ਉਹਨਾਂ ਦੇ ਗਰਾਊਂਡ ਦੇ ਥੱਲੇ ਜਾ ਕੇ ਵਰਕ ਕਰਨ ਦੀ ਜ਼ਰੂਰਤ ਹੈ ਸੋ ਸਰ ਲਾਸਟ ਦੇ ਵਿੱਚ ਇਸ ਚੈਨਲ ਨੂੰ ਜੋ ਦਰਸ਼ਕ ਦੇਖਦੇ ਨੇ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਆ ਕਿ ਜਦੋਂ ਕੰਪਿਊਟਰ ਲੱਗਦਾ ਆ ਜਾਂ ਲੈਪਟਾਪ ਲੈਂਦੇ ਆ ਜਾਂ ਆਪਾਂ ਸਾਡੇ ਕੋਲ ਹੱਥਾਂ 'ਚ ਐਂਡਰਾਇਡ ਫੋਨ ਹੈ ਇਹ ਸਾਰੇ ਹੀ ਕਿਸੇ ਸਿਸਟਮ ਦੇ ਉੱਤੇ ਚੱਲਦੇ ਆ ਜੇ ਇਹਨਾਂ ਸਿਸਟਮਾਂ ਦੇ ਵਿੱਚ ਵਾਇਰਸ ਆ ਜਾਏ ਤਾਂ ਸਾਨੂੰ ਐਂਟੀਵਾਇਰਸ ਯੂਜ਼ ਕਰਕੇ ਉਹਨੂੰ ਵਾਇਰਸ ਮੁਕਤ ਕਰਨਾ ਪੈਂਦਾ ਜੇ ਉਹ ਵਾਇਰਸ ਮੁਕਤ ਸਿਸਟਮ ਨਾ ਹੋ ਪਾਵੇ ਤਾਂ ਉਹਨੂੰ ਡਿਸਟਰੋਏ ਕਰਕੇ ਜਾਂ ਵਿੰਡੋ ਨਵੀਂ ਕਰਾਉਣੀ ਪੈਂਦੀ ਆ ਜਾਂ ਸਿਸਟਮ ਨਵਾਂ ਲਾਉਣਾ ਪੈਂਦਾ ਇਸੇ ਤਰ੍ਹਾਂ ਬਹੁਜਨ ਸਮਾਜ ਦਾ ਜਿਹੜਾ ਅੰਦੋਲਨ ਲੈ ਕੇ ਅਸੀਂ ਤੁਰੇ ਹਾਂ ਸੰਗਠਨ ਦਾ ਦੁਸ਼ਮਣ ਜਮਾਤਾਂ ਦੁਸ਼ਮਣ ਪਾਰਟੀਆਂ ਸਮੇਂ-ਸਮੇਂ ਦੇ ਉੱਤੇ ਇਹਦੇ ਵਿੱਚ ਵਾਇਰਸ ਭਰਦੀਆਂ ਆ ਇਹ ਵਾਇਰਸ ਨੂੰ ਰਿਮੂਵ ਕਰਨ ਦੇ ਲਈ ਸਾਰੇ ਵਰਕਰ ਸਾਰੇ ਦਰਸ਼ਕ ਇੱਕ ਐਂਟੀਵਾਇਰਸ ਦਾ ਕੰਮ ਕਰਨ ਜਦੋਂ ਵੀ ਕਿਤੇ ਇਦਾਂ ਦਾ ਵਾਇਰਸ ਕਿਤੇ ਸੰਗਠਨ 'ਚ ਆਉਂਦਾ ਆ ਕਿਤੇ ਕੋਈ ਨੈਗੇਟਿਵਿਟੀ ਫੈਲਦੀ ਆ ਉਹਨੂੰ ਤੁਰੰਤ ਸੋਸ਼ਲ ਮੀਡੀਆ WhatsApp Facebook ਦੇ ਉੱਤੇ ਪਾਰਟੀ ਦੀਆਂ ਪੋਸਟਾਂ ਨੂੰ ਧੜੱਲੇ ਨਾਲ ਹਨੇਰੀ ਦੀ ਤਰ੍ਹਾਂ ਸ਼ੇਅਰ ਕਰਨ ਤਾਂ ਜੋ ਇਹ ਐਂਟੀਵਾਇਰਸ ਦਾ ਰੂਪ ਬਣ ਕੇ ਵਾਇਰਸ ਨੂੰ ਖਤਮ ਕਰਨ ਦਾ ਕੰਮ ਕਰਨ ਧੰਨਵਾਦ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਦਾ ਥੈਂਕ ਯੂ ਜੀ ਸੋ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਗੜੀ ਜੀ ਸੋ ਇਸੇ ਤਰ੍ਹਾਂ ਤੁਸੀਂ ਨਵੀਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਇਜਾਜ਼ਤ ਧੰਨਵਾਦ